ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਮੈਂ ਹਾਂ ਕੁਲਦੀਪ ਸਿੰਘ। ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਦਿਨ ਹੈਗਾ ਤੇ ਅਸੀਂ ਪਹੁੰਚੇ ਹਾਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿਖੇ। ਦੱਸ ਦਈਏ ਕਿ ਜਿਸ ਤਰ੍ਹਾਂ ਹੋਰ ਪੰਜਾਬ ਦੇ ਵਿੱਚ ਜਾਂ ਦੇਸ਼ਾਂ ਵਿਦੇਸ਼ਾਂ 'ਚ ਵੀ ਅੱਜ ਦੇ ਦਿਨ ਨੂੰ ਮਹਿਲਾ ਦਿਵਸ ਨੂੰ ਮਨਾਇਆ ਜਾ ਰਿਹਾ। ਕੋਈ ਤਰ੍ਹਾਂ ਦੇ ਪ੍ਰੋਗਰਾਮ ਵੀ ਕੀਤੇ ਜਾ ਰਹੇ। ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਪ੍ਰੋਗਰਾਮ ਛੋਟੇ ਛੋਟੇ ਪ੍ਰੋਗਰਾਮ ਕਰਕੇ ਮਹਿਲਾ ਦਿਵਸ ਦੀ ਮਹੱਤਤਾ ਦੱਸੀ ਜਾ ਰਹੀ ਹੈ। ਜਾਂ ਜਿਹੜੀਆਂ ਪੈਦਲ ਵਾਕ ਕਰਕੇ ਵੀ ਮਹਿਲਾ ਦਿਵਸ ਦਾ ਬਾਰੇ ਲੋਕਾਂ 'ਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਕਿ ਮਹਿਲਾ ਦਿਵਸ ਦਾ ਮਹੱਤਵ ਦੱਸਿਆ ਜਾ ਰਿਹਾ। ਠੀਕ ਉਸੇ ਤਰਜ਼ ਤੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿੱਚ ਵੀ ਵਿਦਿਆਰਥੀਆਂ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਵੱਲੋਂ ਇੱਕ ਪ੍ਰਦਰਸ਼ਨੀ ਲਾਈ ਗਈ ਹੈ। ਇਹਦੇ ਪ੍ਰਦਰਸ਼ਨੀ ਦੇ ਵਿੱਚ ਸਟੂਡੈਂਟਸ ਨੇ ਜਿਹੜੇ ਪੋਸਟਰ ਆਪਣੇ ਹੱਥਾਂ ਨਾਲ ਮਹਿਲਾ ਦਿਵਸ ਦੇ ਸੰਬੰਧੀ ਬਣਾ ਕੇ ਪੋਸਟਰ ਇੱਥੇ ਪ੍ਰਦਰਸ਼ਿਤ ਕੀਤੇ ਆ ਔਰ ਮਹਿਲਾ ਦਿਵਸ ਨਾਲ ਸੰਬੰਧਿਤ ਕਿਤਾਬਾਂ ਵੀ ਇੱਥੇ ਜਿਹੜੀਆਂ ਪ੍ਰਦਰਸ਼ਨੀ ਲੱਗੀ ਹੋਈ ਹੈ। ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਇੱਥੇ ਆ ਕੇ ਦੇਖ ਰਹੇ ਆ। ਇਹ ਦੱਸਣਯੋਗ ਗੱਲ ਤਾਂ ਮੇਨ ਇਹ ਹੈ ਕਿ ਇਹ ਜਿਹੜੇ ਪੋਸਟਰ ਸਟੂਡੈਂਟਸ ਵੱਲੋਂ ਬਣਾਏ ਗਏ ਆ ਨਾ, ਇਹ ਪੋਸਟਰ ਆਪਣੇ ਆਪ ਵਿੱਚ ਇੱਕ ਜਿਹੜੀ ਆ ਮਹਿਲਾ ਦੀ ਤਰਾਸਦੀ ਬਿਆਨ ਕਰਦੇ ਆ, ਔਰਤ ਦਾ ਦਰਦ ਬਿਆਨ ਕਰਦੇ ਆ ਕਿ ਜਿਵੇਂ ਔਰਤ ਵਿਰੋਧੀ ਮਾਨਸਿਕਤਾ ਦੇ ਅੰਕੜੇ ਇੱਥੇ ਦਰਸਾਏ ਗਏ ਕਿ ਔਰਤਾਂ ਵਿਰੁੱਧ ਜੁਰਮ ਕਿੰਨੇ ਹੋਏ ਆ। ਸਾਲ 2019 ਦੇ ਵਿੱਚ ਕਿੰਨੇ ਜੁਰਮ ਹੋਏ, 2020 'ਚ ਕਿੰਨੇ ਬਲਾਤਕਾਰ ਦੇ ਮਾਮਲੇ, ਔਰਤ ਵਿਰੁੱਧ ਹਿੰਸਾ, ਤੇਜ਼ਾਬੀ ਹਮਲੇ, ਦਹੇਜ ਪ੍ਰਥਾ ਦੇ ਕਰਕੇ ਜਿਹੜੇ ਕਤਲ ਹੋ ਰਿਹਾ ਔਰਤਾਂ ਦੇ, ਸਮਾਜਿਕ ਜੀਵਨ ਦਾ ਹੋਰ ਜਿਹੜਾ ਔਰਤਾਂ ਦਾ ਕਿਸ ਤਰ੍ਹਾਂ ਤੇ ਜਿਹੜਾ ਹੈਗਾ ਮਤਲਬ ਔਰਤ ਦੀ ਪੂਰੀ ਜਿਹੜੀ ਆ ਦਸ਼ਾ ਬਿਆਨ ਕਰਦੇ ਆ। ਆਧੁਨਿਕਤਾ ਦੇ ਨਾਮ ਤੇ ਵੀ ਔਰਤਾਂ ਦੀ ਗੁਲਾਮੀ ਦੇ ਜਿਹੜੇ ਨਵੇਂ ਰੂਪ ਪੈਦਾ ਹੋ ਰਿਹਾ। ਔਰਤਾਂ ਨੂੰ ਜਿਸਮ ਸੁਹੱਪਣ ਦੇ ਮਤਲਬ ਇੱਕ ਜਿਹੜੀ ਕੌਮਾਂਤਰੀ ਮੰਡੀ ਦੇ ਵਿੱਚ ਵੀ ਔਰਤਾਂ ਨੂੰ ਇੱਕ ਗਲਤ ਢੰਗ ਨਾਲ ਪ੍ਰੈਜੈਂਟੇਸ਼ਨਾਂ ਜਿਹੜੀਆਂ ਉਹ ਕੀਤੀਆਂ ਜਾਣਦੀਆਂ ਇੱਥੇ ਬਿਆਨ ਕੀਤੇ ਪੋਸਟਰ ਸਿਆਸੀ ਲੀਡਰਾਂ ਦੇ। ਸੋ ਹਿੰਸਾ ਦੇ ਨਾਲ ਘਟਨਾਵਾਂ ਕੁੱਲ ਮਿਲਾ ਕੇ ਕਿਤੇ ਜਿਹੜੀ ਚਿੜੀਆਂ ਦਾ ਚੰਬਾ ਕਵੀਆਂ ਨੇ ਜਿਹੜੇ ਚਿੜੀਆਂ ਦਾ ਚੰਬਾ ਕਿਤੇ ਉੱਡ ਨਹੀਂ ਜਾਵੇਗਾ, ਇੱਥੇ ਹੀ ਕਿਤੇ ਉਰੇ ਪਰੇ ਲੁਕ ਕੇ ਕਲਮ ਕੱਲਿਆਂ ਰੋਇਆ ਕਰੇਗਾ, ਸਰਾਪੇ ਜੋਬਨਾਂ ਦੇ ਮਰਸੀਏ ਗਾਇਆ ਕਰੇਗਾ। ਸੋ ਇਸ ਤਰ੍ਹਾਂ ਦੇ ਪੋਸਟਰ ਜਿਹੜੇ ਇੱਥੇ ਕਵੀ ਪਾਸ਼ ਦੀ ਕਵਿਤਾ ਚਿੜੀਆਂ ਦੇ ਚੰਬੇ ਨੂੰ ਭੋਰਾ ਵੀ ਖਬਰ ਨਾ ਹੋਵੇਗੀ, ਅਚਾਨਕ ਕਿਤੇੋਂ ਲੋਹੇ ਦੀਆਂ ਚੁੰਝਾਂ ਦਾ ਜਾਲ ਉਸ ਜੋਗੇ ਅਸਮਾਨ ਉੱਤੇ ਵਿਛ ਜਾਵੇਗਾ ਅਤੇ ਲੰਮੀ ਉਡਾਰੀ ਦਾ ਉਹਦਾ ਸੁਪਨਾ ਉਹਦੇ ਹਰ ਨੋਦਿਆਂ ਨੈਣਾ ਤੋਂ ਭੈ ਖਾਵੇਗਾ। ਇਹੋ ਜਿਹੀਆਂ ਕਵਿਤਾਵਾਂ ਇੱਥੇ ਜਿਹੜੀਆਂ ਸਟੂਡੈਂਟਸ ਨੇ ਪੋਸਟਰਾਂ 'ਤੇ ਉਤਾਰ ਕੇ ਜਿਹੜੀ ਹਰ ਇੱਕ ਤਰੀਕੇ ਦੀ ਜਿਹੜੀ ਔਰਤ ਦੀ ਚਾਹੇ ਤਰਾਸਦੀ ਹੈ ਚਾਹੇ ਸੁਹੱਪਣ ਹੈ, ਜਿਸ ਤਰ੍ਹਾਂ ਵੀ ਉਹਨੂੰ ਆਪਣੇ ਕਲਮਾਂ ਨਾਲ ਬਿਆਨ ਕੀਤਾ ਹੈ। ਵੱਖ ਵੱਖ ਕਵੀਆਂ ਦੀਆਂ ਸੁਖਵਿੰਦਰ ਅੰਮ੍ਰਿਤ ਫੈਜ਼ ਅਹਿਮਦ ਫੈਜ਼ ਦੀ ਜਿਹੜੀ ਕਵਿਤਾਵਾਂ ਹੈਗੀਆਂ, ਸਾਦਤ ਹਸਨ ਮੰਟੋ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਵਿਤਾਵਾਂ ਜਾਂ ਜਿਹੜੇ ਹੈਗੇ ਹੋਰ ਸਲੋਗਨ ਟਾਈਪ ਔਰਤ ਦੇ ਬਾਰੇ ਦੇ ਵਿੱਚ ਇੱਥੇ ਲਿਖੇ ਆ। ਅਸੀਂ ਗੱਲ ਕਰਦੇ ਤੁਹਾਡੇ ਨਾਲ ਇੱਥੇ ਜਿਹੜੇ ਸਟੂਡੈਂਟ ਯੂਨੀਅਨ ਲਲਕਾਰ ਤੋਂ ਅਮਨ ਹੈਗੇ, ਉਹਨਾਂ ਦੇ ਨਾਲ ਗੱਲ ਕਰਾਂਗੇ ਤੁਹਾਡੀ। ਸਤਿ ਸ਼੍ਰੀ ਅਕਾਲ ਅਮਨ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਜਿਹੜਾ ਤੁਸੀਂ ਅੱਜ ਇਹ ਪ੍ਰਦਰਸ਼ਨੀ ਲਾਈ ਹੈ ਨਾ, ਇਹਦੇ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪੋਸਟਰ ਕਿ ਕੌਮਾਂਤਰੀ ਔਰਤ ਦਿਵਸ ਦਾ ਹੈ ਇਹ ਐਲਾਨ, ਉੱਠੋ ਜਾਗੋ ਖੜਾ ਕਰੋ ਤੂਫਾਨ। ਮਤਲਬ ਇਹੋ ਜਿਹੇ ਪੋਸਟਰ ਜਿਹੜੇ ਬਣਾਉਣ ਦੀ ਨੌਬਤ ਕਿਉਂ ਆਈ ਹੈ? ਕੀ ਬਿਆਨ ਕਰਨਾ ਚਾਹੁੰਦੇ ਤੁਸੀਂ? ਦਰਅਸਲ ਅੱਜ ਦੇ ਸਮੇਂ ਵਿੱਚ ਜਦੋਂ ਔਰਤ ਦਿਵਸ ਮਨਾਇਆ ਜਾਂਦਾ ਤਾਂ ਉਹਨੂੰ ਮਤਲਬ ਵੀ ਔਰਤਾਂ ਦੇ ਨਾਂ ਲਈ ਡਿਸਕਾਊਂਟ, ਸ਼ਾਪਿੰਗ ਦੇ ਲਈ ਫੈਸਟੀਵਲਸ ਹੈ ਨਾ, ਜਾਂ ਤੁਸੀਂ ਸੈਲੂਨਸ ਜਾਓ, ਜਾਂ ਬਹੁਤ ਸਾਰੇ ਇਹੋ ਜਿਹੇ ਸਕੂਲ ਨੇ ਜਿਨ੍ਹਾਂ ਨੇ ਅੱਜ ਡਰੈਸ ਕੋਡ ਰੱਖੇ ਨੇ ਵੀ ਲਾਲ ਜਾਂ ਗੁਲਾਬੀ ਸਾੜੀਆਂ ਸੂਟ ਪਾ ਕੇ ਆਉਣੇ ਨੇ ਤੁਸੀਂ, ਜਾਂ 2-4 ਦਿਨ ਪਹਿਲਾਂ ਸਾੜੀ ਰਨ, ਰੈੱਡ ਸਾੜੀ ਰਨ, ਇਹੋ ਜਿਹੀਆਂ ਚੀਜ਼ਾਂ। ਮਤਲਬ ਔਰਤਾਂ ਨੂੰ ਜਿਵੇਂ ਇੱਕ ਵਸਤੂ ਦੇ ਤੌਰ 'ਤੇ ਉਹਨੂੰ ਗਲੋਰੀਫਾਈ ਕੀਤਾ ਜਾ ਰਿਹਾ। ਉਹਦਾ ਅਸਲ ਵਿੱਚ ਇਤਿਹਾਸ ਕੀ ਆ, ਸ਼ੁਰੂ ਕਿੱਥੋਂ ਹੋਇਆ, ਸਾਡੇ ਲੋਕਾਂ ਨੂੰ ਪਤਾ ਹੀ ਨਹੀਂ। ਇੱਥੇ ਜਿੰਨੇ ਸਟੂਡੈਂਟ ਆਉਂਦੇ ਨੇ ਗਿਣਤੀ ਨਾਲ ਮੈਨੂੰ ਲੱਗਦਾ 1-2% ਸ਼ਾਇਦ ਹੋਣਗੇ ਜਿਨ੍ਹਾਂ ਨੂੰ ਇਹਦੇ ਇਤਿਹਾਸ ਦਿਨ ਦੇ ਬਾਰੇ ਪਤਾ ਹੋਵੇ। ਬਾਕੀ ਅੱਜ ਔਰਤਾਂ ਦੀ ਜਿਹੇ ਜਿਹੀ ਹਾਲਤ ਹੈ, ਮੈਨੂੰ ਲੱਗਦਾ ਮਨਾਉਣ ਤੋਂ ਵੱਧ ਇਹ ਅਹਿਦ ਲੈਣ ਦੀ ਲੋੜ ਹੈ ਵੀ ਜਿਹੜੀ ਹਾਲਤ ਅੱਜ ਨਹੀਂ ਠੀਕ ਉਹਨੂੰ ਸੁਧਾਰੀਏ। ਅੱਜ ਔਰਤ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੈ, ਔਰਤ ਮਰਦ ਦੇ ਬਰਾਬਰ ਨਹੀਂ ਹੈ। ਔਰਤਾਂ ਦੀ ਹਾਲਤ ਅੱਜ ਵੀ ਦੂਜੇ ਦਰਜੇ ਦੇ ਨਾਗਰਿਕ ਵਾਂਗੂ ਹੀ ਹੈ, ਦੇਖੀ ਜਾਂਦੀ ਹੈ। ਇਸ ਕਰਕੇ ਛੇੜਖਾੜਨੀ ਦੀਆਂ ਘਟਨਾਵਾਂ, ਬਲਾਤਕਾਰ ਦੀਆਂ ਘਟਨਾਵਾਂ ਇਹ ਆਮ ਨੇ ਸਾਡੇ ਮੁਲਕ ਦੇ ਵਿੱਚ। ਹਰ 20 ਮਿੰਟ ਦੇ ਵਿੱਚ ਇੱਥੇ ਬਲਾਤਕਾਰ ਦੀ ਇੱਕ ਘਟਨਾ ਵਾਪਰਦੀ ਹੈ। ਜਦੋਂ ਇਹੋ ਜਿਹਾ ਕੁਝ ਵਾਪਰ ਰਿਹਾ ਤਾਂ ਉਦੋਂ ਔਰਤਾਂ ਨੂੰ ਜਾਗਰੂਕ ਕਰਨ ਲਈ ਤੇ ਆਮ ਲੋਕਾਂ ਨੂੰ ਵੀ ਇਸ ਦਿਨ ਦੇ ਇਤਿਹਾਸ ਬਾਰੇ, ਮਹੱਤਵ ਬਾਰੇ ਤੇ ਲੜਾਈ ਕਿਉਂ ਜ਼ਰੂਰੀ ਆ ਇਹਨੂੰ ਲੈ ਕੇ, ਇਹਦੇ ਬਾਰੇ ਜਾਣੂ ਕਰਾਉਣ ਲਈ ਅਸੀਂ ਇੱਥੇ ਪੋਸਟਰਾਂ ਦੀ ਇੱਕ ਪ੍ਰਦਰਸ਼ਨੀ ਤਿਆਰ ਕੀਤੀ ਹੈ। ਸਾਰੇ ਜਿੰਨੇ ਵੀ ਅੱਡ-ਅੱਡ ਤਰ੍ਹਾਂ ਦੇ ਪੋਸਟਰ ਨੇ, ਕਵਿਤਾਵਾਂ ਨੇ, ਜਿਹੜੇ ਚੰਗੇ ਕਵੀ ਹੋਏ ਨੇ, ਜਿਹੜੀਆਂ ਚੰਗੀਆਂ ਔਰਤਾਂ ਹੋਈਆਂ ਨੇ, ਸਾਵਿਤਰੀ ਬਾਈ ਫੁੱਲੇ ਨੇ, ਗਦਰੀ ਗੁਲਾਬ ਕੌਰ ਹੈ, ਹੋਰ ਜਿੰਨੀਆਂ ਹੋਈਆਂ ਨੇ, ਉਹਨਾਂ ਸਾਰੀਆਂ ਬਾਰੇ ਪ੍ਰਦਰਸ਼ਨੀ ਲਾਈ ਹੋਈ ਹੈ।
ਇਹਦੇ ਵਿੱਚ ਮੇਨ ਕਿਹੜੇ ਕਵੀ ਤੁਸੀਂ ਇਹਦੇ 'ਚ ਐਡ ਕਰੇ ਹੈਗੇ? ਅਸੀਂ ਇੱਥੇ ਮੁੱਖ ਤੌਰ ਤੇ ਤਾਂ ਇੱਥੇ ਕਈ ਸਾਰੇ ਕਵੀ ਨੇ ਜਿਨ੍ਹਾਂ ਨੇ ਅੱਡ-ਅੱਡ ਤਰ੍ਹਾਂ ਨਾਲ ਲਿਖਿਆ ਵਾ। ਇੱਥੇ ਸਾਦਤ ਹਸਨ ਮੰਟੋ ਨੇ, ਉਹਨਾਂ ਦੀਆਂ ਵੀ ਕੁਝ ਲਿਖੀਆਂ ਹੋਈਆਂ ਲਾਈਨਾਂ ਸਤਰਾਂ ਲਿਖੀਆਂ ਹੋਈਆਂ ਨੇ। ਇੱਥੇ ਸਾਵਿਤਰੀ ਬਾਈ ਫੂਲੇ ਨੇ ਬਹੁਤ ਸੋਹਣੀਆਂ ਔਰਤਾਂ ਦੇ ਲਈ ਕੁਝ ਕੋਟਸ ਲਿਖੇ ਹੋਏ ਨੇ। ਕਾਤਿਆਇਨੀ ਨੇ, ਉਹਨਾਂ ਦੀਆਂ ਕਵਿਤਾਵਾਂ ਨੇ। ਇਸ ਤਰ੍ਹਾਂ ਅੱਡ-ਅੱਡ ਨੇ ਜਿੰਨੇ ਸੁਖਵਿੰਦਰ ਅੰਮ੍ਰਿਤ ਦੀਆਂ ਕਈ ਬਹੁਤ ਸੋਹਣੀਆਂ ਕਵਿਤਾਵਾਂ ਨੇ, ਹਨਾ। ਮਤਲਬ ਇਸ ਤਰ੍ਹਾਂ ਇਹ ਸਾਰਾ ਐਡ ਕੀਤਾ ਹੋਇਆ। ਬਾਕੀ ਇੱਕ ਬਹੁਤ ਜ਼ਰੂਰੀ ਗੱਲ ਮੈਂ ਆਖਣਾ ਚਾਹਾਂਗੀ ਵੀ ਅੱਜ ਦੇ ਦਿਨ ਦਾ ਇਤਿਹਾਸ ਕੀ ਆ, ਇਹਦੇ ਤੋਂ ਸਾਡੇ ਦਰਸ਼ਕ ਵੀ ਨਹੀਂ ਜਾਣੂ ਹੋਣਗੇ, ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। 1908 ਦੇ ਵਿੱਚ ਅੱਜ ਦੇ ਦਿਨ ਪਹਿਲੀ ਵਾਰ ਜਿਹੜੀਆਂ ਔਰਤਾਂ ਨੇ ਇਤਿਹਾਸ ਦੇ ਵਿੱਚ ਉਹ ਸੜਕਾਂ ਤੇ ਆਈਆਂ ਸੀਗੀਆਂ। ਉਹਨਾਂ ਨੇ ਬਗਾਵਤ ਕੀਤੀ ਸੀ ਕਿ ਵੀ ਕੰਮ ਦੀਆਂ ਹਾਲਤਾਂ ਸਾਡੀਆਂ ਸੁਧਾਰੀਆਂ ਜਾਣ, ਕੰਮ ਦੇ ਘੰਟੇ ਘਟਾਏ ਜਾਣ ਤੇ ਸਾਨੂੰ ਮਰਦਾਂ ਦੇ ਬਰਾਬਰ ਤਨਖਾਹ ਹੋਵੇ। ਜਦੋਂ ਸਾਡੀ ਕੰਮ ਬਰਾਬਰ ਦਾ ਲੈ ਆਂਦਾ ਤਾਂ ਸਾਡੇ ਨੂੰ ਤਨਖਾਹਾਂ ਕਿਉਂ ਘੱਟ ਦਿੱਤੀਆਂ ਜਾਂਦੀਆਂ। ਨਿਊਯਾਰਕ ਸ਼ਹਿਰ ਦੇ ਵਿੱਚ ਪਹਿਲੀ ਵਾਰ ਆਈਆਂ ਸੀ, 15,000 ਔਰਤਾਂ ਸੜਕਾਂ ਤੇ ਆਈਆਂ। ਫਿਰ ਉਸ ਤੋਂ ਬਾਅਦ ਇੱਕ ਹੜਤਾਲ ਚੱਲੀ ਸੀਗੀ ਜਿਹਦੇ ਵਿੱਚ ਮਰਦ ਤੇ ਔਰਤ ਦੋਨੇ ਸ਼ਾਮਲ ਸੀ। ਉਹਨਾਂ ਵਿੱਚੋਂ ਤੀਜਾ ਹਿੱਸਾ ਔਰਤਾਂ ਦਾ ਸੀ। 20,000 ਔਰਤਾਂ ਉਸ ਹੜਤਾਲ ਸ਼ਾਮਲ ਹੋਈਆਂ ਸੀ। 3 ਹਫ਼ਤੇ ਚੱਲੀ, 3 ਮਹੀਨੇ ਹੜਤਾਲ ਉਹ ਚੱਲਦੀ ਆ। ਉਹ ਹੜਤਾਲ ਨੂੰ ਪ੍ਰਸ਼ਾਸਨ ਆ, ਜਿਹੜੇ ਸਰਕਾਰਾਂ ਨੇ ਰਾਜ ਸੱਤਾ ਉਦੋਂ ਦੀ ਕੁਚਲ ਦਿੰਦੀ ਆ ਬੇਰਹਿਮੀ ਨਾਲ। ਪਰ ਉਹਨੇ ਇੱਕ ਪਿਰਤ ਪਾਤੀ, ਉਹਨੇ ਇੱਕ ਜਾਗ ਲਾਤੀ ਅੱਜ ਦੀਆਂ ਔਰਤਾਂ ਨੂੰ, ਜਿਨ੍ਹਾਂ ਨੇ ਫਿਰ ਸੰਘਰਸ਼ ਕੀਤਾ, ਜਿਹੜੀਆਂ ਲੜੀਆਂ, ਜਿਨ੍ਹਾਂ ਨੇ ਵੱਡੇ ਵੱਡੇ ਘੋਲ ਲੜੇ। ਇੱਥੇ ਯੂਰਪ ਦੇ ਵਿੱਚ ਤਾਂ 1911 ਦੇ ਵਿੱਚ ਲੱਖਾਂ ਹੀ ਮਜ਼ਦੂਰ ਔਰਤਾਂ ਜਿਹੜੀਆਂ ਨੇ ਉਹ ਸੜਕਾਂ ਤੇ ਆਈਆਂ ਇਸੇ ਦਿਨ ਦੇ ਵਿੱਚ ਵੀ ਅਸੀਂ ਆਪਣੇ ਹੱਕ ਲੈਣੇ ਨੇ, ਸਾਨੂੰ ਵੋਟ ਦੇ ਅਧਿਕਾਰ ਵੀ ਬਰਾਬਰ ਚਾਹੀਦੇ ਨੇ ਮਰਦਾਂ ਦੇ ਬਰਾਬਰ। ਇਸ ਨੂੰ ਲੈ ਕੇ ਜਿੰਨੇ ਹੱਕ ਅੱਜ ਮਿਲੇ ਹੋਏ ਨੇ ਕੋਈ ਵੀ ਔਰਤਾਂ ਨੂੰ, ਉਹ ਸਾਰੇ ਹੱਕ ਇਸੇ ਦੇ ਬਦੌਲਤ ਨੇ ਜਿਹੜਾ ਉਹਨਾਂ ਔਰਤਾਂ ਨੇ ਸੰਘਰਸ਼ ਕੀਤਾ। ਇਸ ਕਰਕੇ ਜਦੋਂ ਅੱਜ ਦੇ ਦਿਨ ਦੀ ਅਸੀਂ ਗੱਲ ਕਰਦੇ ਹਾਂ, ਅਸੀਂ ਇਹਨੂੰ ਕੌਮਾਂਤਰੀ ਔਰਤ ਦਿਵਸ ਨਾ ਆਖੀਏ, ਕੌਮਾਂਤਰੀ ਮਜ਼ਦੂਰ ਔਰਤ ਦਿਵਸ ਇਹ ਹੈ ਅਸਲ ਵਿੱਚ। ਇੰਟਰਨੈਸ਼ਨਲ ਵਰਕਿੰਗ ਵੂਮਨਸ ਡੇ ਹੈ, ਜਿਹਨੂੰ ਇਸੇ ਤਰ੍ਹਾਂ ਹੀ ਮਨਾਇਆ ਜਾਣਾ ਚਾਹੀਦਾ ਤੇ ਇਹਦੇ ਇਤਿਹਾਸ ਤੇ ਗੱਲਬਾਤ ਜ਼ਰੂਰ ਅੱਜ ਹੋਣੀ ਚਾਹੀਦੀ ਹੈ। ਜਿਹੜੇ ਪ੍ਰਸ਼ਾਸਨ ਜਾਂ ਸਰਕਾਰਾਂ ਮਨਾ ਰਹੀਆਂ ਅੱਜ, ਜਿਵੇਂ ਪੈਦਲ ਵਾਕ ਕਰਕੇ ਜਾਂ ਕੁਝ ਹੋਰ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਕੀ ਤਰੀਕਾ ਹੈਗਾ ਅਲੱਗ ਉਹਨਾਂ ਦਾ? ਪ੍ਰਸ਼ਾਸਨ ਨੂੰ ਤਾਂ ਜੀ ਦੇਖੋ, ਲੋਕਾਂ ਦੇ ਸੰਘਰਸ਼ਾਂ ਤੋਂ ਹਮੇਸ਼ਾ ਹੀ ਤਕਲੀਫ ਰਹੀ ਹੈ। ਇਸ ਕਰਕੇ ਉਹ ਜਿੱਥੇ ਕਿਤੇ ਲੋਕ ਸੰਘਰਸ਼ ਕਰਦੇ ਨੇ ਉਹਨੂੰ ਹਮੇਸ਼ਾ ਡਿਸਟੋਰਟ ਕਰਕੇ, ਉਹਨੂੰ ਧੁੰਦਲਾ ਪਾ ਕੇ, ਉਹਦੀ ਅਹਿਮੀਅਤ ਨੂੰ ਘਟਾ ਕੇ ਹੀ ਉਹ ਕਰਦੇ ਨੇ ਪੇਸ਼। ਇਸ ਕਰਕੇ ਉਹ ਇਸੇ ਤਰ੍ਹਾਂ ਹੀ ਮਨਾਉਣਗੇ। ਉਹਨਾਂ ਲਈ ਇਹੀ ਬਹੁਤ ਹੈ, ਜਿੰਨੀ ਆਜ਼ਾਦੀ ਮਿਲ ਗਈ ਬਹੁਤ ਆ ਬਸ। ਤਾਈਓ ਅੱਜ ਕਹਿੰਦੇ ਨੇ ਵੀ ਤੁਸੀਂ ਹੈਪੀ ਵੂਮਨ ਹੋ ਜਾਓ, ਅੱਜ ਤੁਸੀਂ ਡਿਸਕਾਊਂਟ ਲਓ, ਸ਼ਾਪਿੰਗਾਂ ਲਓ, ਗਿਫਟ ਲਓ, ਹੈ ਨਾ, ਕੇਕ ਕੱਟੋ, ਇਹੋ ਜਿਹੀਆਂ ਚੀਜ਼ਾਂ ਮਨਾਓ। ਪਰ ਇਹ ਨਾ ਯਾਦ ਕਰੋ ਵੀ ਤੁਸੀਂ ਕਦੇ ਸੰਘਰਸ਼ ਕਰਕੇ ਆਪਦੇ ਹੱਕ ਲਏ ਨੇ। ਇਹ ਨਾ ਯਾਦ ਕਰੋ, ਇਹ ਨਾ ਸਿੱਖੋ ਵੀ ਉਹਨਾਂ ਸੰਘਰਸ਼ਾਂ ਤੋਂ ਸਿੱਖ ਕੇ ਤੁਸੀਂ ਆਉਣ ਵਾਲੇ ਸਮਿਆਂ 'ਚ ਹੋਰ ਸੰਘਰਸ਼ ਕਰੋਗੇ ਤੇ ਸਾਡੇ ਬਰਾਬਰਤਾ ਹਾਸਲ ਕਰੋਗੇ। ਉਹਨਾਂ ਦੀ ਤਾਂ ਸੋਚ ਹੈ, ਪਿੱਤਰ ਸੱਤਾ ਸੋਚ ਹੈ। ਇਸ ਕਰਕੇ ਉਹ ਚਾਹੁੰਦੇ ਨੇ ਵੀ ਜਿੰਨੀ ਕੁ ਆਜ਼ਾਦੀ ਮਿਲੀ ਹੈ ਇੱਥੇ ਕੀ ਖੜੇ ਰਹੋ, ਇਹ ਤੋਂ ਵੱਧ ਨਾ ਹੋਵੇ ਤੁਹਾਨੂੰ ਕੁਝ ਵੀ। ਹਾਂਜੀ, ਸੋ ਆਪਾਂ ਹੋਰ ਵੀ ਗੱਲ ਕਰਦੇ ਹਾਂ। ਇੱਥੇ ਆਪਣੇ ਲਲਕਾਰ ਤੋਂ ਅਮਨਦੀਪ ਸਿੰਘ ਵੀ ਨੇ, ਇਹ ਜਿਹੜੇ ਸਟੂਡੈਂਟ ਯੂਨੀਅਨ ਲਲਕਾਰ ਦੇ ਲੀਡਰ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਅਮਨਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਹੜੇ ਅੱਜ ਪ੍ਰਦਰਸ਼ਨੀ ਲਾਈ ਹੈ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਕਿ ਕੀ ਪ੍ਰਦਰਸ਼ਨ ਤੇ ਕਿਸ ਇਹੋ ਜਿਹੇ ਪੋਸਟਰ ਜਿਹੜੇ ਆਪਾਂ ਨੂੰ ਲਾਉਣ ਦੀ, ਮਹਿਲਾ ਦੀ ਤਰਾਸ ਦੀ ਜਾਂ ਦਰਦ ਬਿਆਨ ਕਰਨ ਦੇ ਪੋਸਟਰ ਬਣਾਉਣੇ ਪਏ, ਇਹਦੇ ਵਿੱਚ ਕੀ ਮਤਲਬ? ਦੇਖੋ, ਅਸੀਂ ਅੱਜ ਇਹ ਲਾਇਆ, ਸਵੇਰ ਤੋਂ ਸਾਡੇ ਕੋਲ ਸਟੂਡੈਂਟ ਆਉਂਦੇ ਨੇ ਇੱਥੇ ਨਾ, ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਅੱਜ ਇੰਟਰਨੈਸ਼ਨਲ ਵਰਕਿੰਗ ਵੂਮਨਸ ਡੇ ਹੈ, ਵੀ ਇਹਦੇ ਬਾਰੇ, ਇਤਿਹਾਸ ਬਾਰੇ, ਇਸ ਦਿਨ ਦੇ ਬਾਰੇ ਮਤਲਬ ਆਮ ਸਟੂਡੈਂਟਸ ਨੂੰ ਕੋਈ ਜਾਣਕਾਰੀ ਨਹੀਂ ਹੈਗੀ। ਇਸੇ ਕਰਕੇ ਅਸੀਂ ਲਾਇਆ ਵੀ ਹੁਣ ਇਸੇ ਸਟੂਡੈਂਟ ਸੈਂਟਰ ਦੇ ਉਸ ਪਾਸੇ ਇਸ ਵੇਲੇ ਨਾਟਕ ਮੇਲਾ ਜਿਹਾ ਚੱਲ ਰਿਹਾ, ਗਾਣਾ ਵਜਾਉਣਾ ਜਿਹਾ, ਹੈ ਨਾ। ਤੇ ਇਸ ਦਿਨ ਨੂੰ ਸਾਡੇ ਆਮ ਸਮਾਜ ਦੇ ਵਿੱਚ, ਸਾਡੇ ਮੀਡੀਆ ਵੱਲੋਂ, ਸਾਡੇ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਮਨਾਇਆ ਜਾਂਦਾ ਵੀ, ਹੈ ਨਾ, ਉਸ ਦਿਨ ਡਿਸਕਾਊਂਟ ਮਿਲਦਾ ਤੁਹਾਨੂੰ ਸ਼ਾਪਿੰਗ ਤੇ, ਔਰਤਾਂ ਨੂੰ ਗਿਫਟ ਦਿਓ, ਹੈ ਨਾ, ਇਸ ਤਰ੍ਹਾਂ ਦੀਆਂ ਚੀਜ਼ਾਂ। ਪਰ ਇਸ ਦਿਨ ਦਾ ਜੋ ਅਸਲ ਮਹੱਤਵ ਹੈ ਉਹ ਸਮਾਜ 'ਚੋਂ ਸਾਡੇ ਗਾਇਬ ਹੈ। ਨਾ ਤਾਂ ਆਮ ਲੋਕਾਂ ਨੂੰ ਇਹਦੀ ਜਾਣਕਾਰੀ, ਨਾ ਸਾਡਾ ਪ੍ਰਸ਼ਾਸਨ, ਮੀਡੀਆ ਪਹੁੰਚਾਉਂਦਾ ਹੈ। ਇਸ ਕਰਕੇ ਅਸੀਂ ਇਹ ਅੱਜ ਪੋਸਟਰ ਪ੍ਰਦਰਸ਼ਨੀ ਲਾਈ ਹੈ, ਪਰਚੇ ਹੈ ਉਹ ਸਟੂਡੈਂਟਸ ਦੇ ਵਿੱਚ। ਅਸੀਂ ਇਹਨਾਂ ਮਾਧਿਅਮਾਂ ਰਾਹੀਂ ਇਸ ਦਿਨ ਦੇ ਇਤਿਹਾਸ ਬਾਰੇ ਗੱਲ ਕਰਦੇ ਹਾਂ ਵੀ ਇਹ ਦਿਨ ਔਰਤਾਂ ਦੀ ਜਿਹੜੀ ਸਮਾਜ 'ਚ ਦੁਰਦਸ਼ਾ ਹੈ, ਜਿਹੜੀ ਗੈਰ ਬਰਾਬਰੀ ਤੇ ਦਾਬਾ ਉਹਨਾਂ ਨੂੰ ਸਹਿਣਾ ਪੈਂਦਾ, ਉਹਦੇ ਖਿਲਾਫ ਸੰਘਰਸ਼ਾਂ ਨੂੰ ਸਮਰਪਿਤ ਇਹ ਦਿਨ ਜਿਹੜਾ ਮਨਾਇਆ ਜਾਂਦਾ ਪਿਛਲੇ 112 ਸਾਲਾਂ ਤੋਂ। ਅੱਜ 112ਵੀਂ ਵਾਰ ਜਿਹੜਾ ਮਨਾਇਆ ਜਾ ਰਿਹਾ ਇਹ। ਤੇ ਇਹਨਾਂ ਚੀਜ਼ਾਂ ਤੋਂ, ਇਸ ਇਤਿਹਾਸ ਤੋਂ ਤੇ ਅੱਜ ਦੀ ਸਮੱਸਿਆਵਾਂ ਤੋਂ, ਤੇ ਜਿਹੜਾ ਫਿਰ ਔਰਤਾਂ ਦੀ ਜਿਹੜੇ ਸਮਾਜ 'ਚ ਦੁਰਦਸ਼ਾ, ਉਹਦਾ ਰਾਹ ਕੀ ਹੋਵੇ, ਇਹਨਾਂ ਸਵਾਲਾਂ ਨੂੰ ਲੈ ਕੇ ਅਸੀਂ ਵੱਖ-ਵੱਖ ਮਾਧਿਅਮਾਂ ਰਾਹੀਂ ਅੱਜ ਇਹ ਜਿਹੜਾ ਪ੍ਰਦਰਸ਼ਨੀ ਤਿਆਰ ਕਰੀ ਹੈ। ਸੋ ਇਹ ਸੀ ਲਲਕਾਰ ਯੂਨੀਅਨ ਤੋਂ ਅਮਨਦੀਪ ਸਿੰਘ, ਜਿਨ੍ਹਾਂ ਨੇ ਸਾਨੂੰ ਦੱਸਿਆ ਅੱਜ ਦੀ ਇਹ ਜਿਹੜੀ ਪੋਸਟਰ ਪ੍ਰਦਰਸ਼ਨੀ ਦੇ ਬਾਰੇ। ਇੱਥੇ ਹੋਰ ਵੀ ਸਾਡੇ ਨਾਲ ਸਟੂਡੈਂਟਸ ਨੇ, ਸਟੂਡੈਂਟਸ ਤੋਂ ਪੁੱਛਦੇ ਹਾਂ ਕਿ ਜਿਹੜੀ ਪ੍ਰਦਰਸ਼ਨੀ ਦੇ ਵਿੱਚ ਕੀ ਅੱਜ ਪੋਸਟ ਕੀਤੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਸ਼ੁਭ ਨਾਮ ਕੀ ਹੈ? ਸਾਰਾ। ਜਿਹੜੀ ਅੱਜ ਦੀ ਪ੍ਰਦਰਸ਼ਨੀ ਲੱਗੀ ਹੈ ਇਹਦੇ ਬਾਰੇ ਥੋੜਾ ਜਿਹਾ ਮਹਿਲਾ ਦਿਵਸ ਬਾਰੇ ਚਾਨਣਾ ਪਾਓ। ਜਿਵੇਂ ਆਪਾਂ ਪੀਐਸਯੂ ਲਲਕਾਰ ਤੋਂ ਆਪਾਂ ਇਹ ਕਹਿੰਦੇ ਆ ਕਿ ਔਰਤ ਦਿਵਸ ਦੀ ਕੋਈ ਹਿਸਟਰੀ ਦੀ ਗੱਲ ਨਹੀਂ ਕਰਦਾ, ਇਤਿਹਾਸ ਦੀ ਗੱਲ ਨਹੀਂ ਕਰਦਾ। ਇਹ ਕਿੱਥੋਂ ਸ਼ੁਰੂ ਹੋਇਆ ਸੀ 100 ਸਾਲ ਪਹਿਲਾਂ
ਅਮਰੀਕਾ 'ਚ ਮਜ਼ਦੂਰ ਔਰਤਾਂ ਨੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਸੀ ਇਕੁਅਲ ਜਿਹਨੂੰ ਆਪਾਂ ਕਹਿੰਦੇ ਇਕੁਅਲ ਵੇਜ ਫॉर ਇਕੁਅਲ ਵਰਕ ਕਿ ਮਰਦ ਉਨਾ ਹੀ ਕੰਮ ਕਰਦਾ ਜਿੰਨਾ ਔਰਤ ਕਰਦੀ ਪਰ ਔਰਤ ਨੂੰ ਘੱਟ ਤਨਖਾਹ ਮਿਲਦੀ ਹੈ ਕੰਮ ਦੀ ਤੇ 100 ਸਾਲ ਪਹਿਲਾਂ ਇਹਨਾਂ ਨੇ ਸ਼ੁਰੂ ਕੀਤਾ ਸੀ। ਉਹ ਲਹਿਰ ਜਿਹੜੀ ਸੀ ਕਿ ਉਹ ਪੁਲਿਸ ਨੇ ਕੁਚਲ ਦਿੱਤੀ ਪਰ ਉਹਨੇ ਇੱਕ ਜਿਵੇਂ ਗੱਲ ਸ਼ੁਰੂ ਕੀਤੀ ਕਿ ਔਰਤਾਂ ਨੂੰ ਉਹੀ ਅਧਿਕਾਰ ਉਹੀ ਹੱਕ ਉਹੀ ਤਨਖਾਹ ਮਿਲਣੀ ਚਾਹੀਦੀ ਜਿਹੜੀ ਮਰਦਾਂ ਨੂੰ ਮਿਲਦੀ ਹੈ। ਤੇ ਅੱਜ ਜਿਵੇਂ ਆਪਾਂ ਦੇਖਦੇ ਹਾਂ ਕਿ ਅੱਡ-ਅੱਡ ਆਰਗੇਨਾਈਜੇਸ਼ਨਾਂ ਅੱਡ-ਅੱਡ ਕਾਰਪੋਰੇਟ ਘਰ ਕੋਈ ਵੀ ਮਤਲਬ ਔਰਤਾਂ ਦੀ ਆਜ਼ਾਦੀ ਦੀ ਗੱਲ ਕਰਦੇ ਨੇ ਤਾਂ ਉਹ ਕਦੇ ਡਿਸਕਾਊਂਟ ਦਿੰਦੇ ਨੇ ਕੋਈ ਆਫਰ ਦਿੰਦੇ ਨੇ ਜਾਂ ਕੋਈ ਨੁੱਕੜ ਨਾਟਕ ਕਰਾਤਾ ਕੋਈ ਜੀ ਪਲੇ ਕਰਾਤਾ ਕੋਈ ਨਾਚ ਔਰਤ ਮੁਕਤੀ ਨਾਚ ਕਰਵਾਤਾ ਪਰ ਉਹ ਔਰਤ ਦੀ ਮੁਕਤੀ ਜਾਂ ਫਿਰ ਇੰਪਾਵਰਮੈਂਟ ਜਾਂ ਹੱਕਾਂ ਦੀ ਗੱਲ ਨਹੀਂ ਇਕੁਆਲਿਟੀ ਦੀ ਗੱਲ ਨਹੀਂ ਹੁੰਦੀ। ਤੇ ਆਪਾਂ ਇੱਥੇ ਔਰਤ ਦੇ ਇਤਿਹਾਸ ਬਾਰੇ ਗੱਲ ਕਰਦੇ ਹਾਂ ਤੇ ਔਰਤ ਦੀ ਮੁਕਤੀ ਬਾਰੇ ਕਿ ਅੱਗੇ ਕਿਵੇਂ ਵਧਣਾ ਚਾਹੀਦਾ ਹੈ ਕਿਵੇਂ ਅੱਗੇ ਸਾਨੂੰ ਕੀ ਕਰਨਾ ਚਾਹੀਦਾ ਵਿਦਿਆਰਥੀ ਹੋਣ ਦੇ ਨਾਤੇ ਸਾਡਾ ਕੀ ਫਰਜ਼ ਬਣਦਾ ਔਰਤਾਂ ਦੇ ਨਾਲ ਤੇ ਉਹਦੀ ਗੱਲ ਕਰ ਰਹੇ ਹਾਂ ਆਪਾਂ ਇੱਥੇ। ਮੇਰਾ ਨਾਮ ਮਨਿਕਾ ਹੈ। ਹਾਂਜੀ ਤੇ ਜਿਹੜਾ ਅੱਜ ਇਹ ਮਹਿਲਾ ਦਿਵਸ ਤੇ ਪ੍ਰਦਰਸ਼ਨੀ ਲਗਾਈ ਹੈ ਤੇ ਤੁਹਾਨੂੰ ਕੀ ਲੱਗਦਾ ਜਿਹੜੇ ਪ੍ਰਸ਼ਾਸਨ ਹੈ ਜਾਂ ਸਰਕਾਰਾਂ ਉਹ ਔਰਤ ਨੂੰ ਕਿਸ ਤਰੀਕੇ ਨਾਲ ਪ੍ਰੈਜ਼ੈਂਟ ਕਰਦੀਆਂ ਅੱਜ ਦੇ ਦਿਨ ਨੂੰ ਤੇ ਸਟੂਡੈਂਟਸ ਨੇ ਜਿਹੜੀ ਤੁਸੀਂ ਇਹ ਪ੍ਰਦਰਸ਼ਨੀ ਲਾਈ ਹੈ ਤੁਸੀਂ ਇਹਦੇ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਦੇਖੋ ਜੀ ਸਰਕਾਰਾਂ ਤੇ ਉਹ ਤਾਂ ਆਪਾਂ ਨੂੰ ਉਹਨਾਂ ਦੇ ਬਿਆਨ ਆਉਂਦੇ ਹੀ ਰਹਿੰਦੇ ਆਪਾਂ ਨੂੰ ਪਤਾ ਹੀ ਹੈ ਕਿਵੇਂ ਕਰਦੀਆਂ ਤੇ ਜੋ ਆ ਵਿਮਨਸ ਡੇ ਨੂੰ ਪ੍ਰੈਜ਼ੈਂਟ ਕਰਨ ਦੀ ਗੱਲ ਹੈ ਉਹਦੇ 'ਚ ਤਾਂ ਆਈ ਵੀ ਇਹਨੂੰ ਵੀ ਇੱਕ ਚੀਜ਼ ਵਾਂਗੂ ਪੇਸ਼ ਕਰਦੇ ਆ ਵੀ ਜਿਵੇਂ ਮਨਾ ਲਓ ਇਹਦੇ 'ਤੇ ਵੀ ਪੈਸੇ ਖਰਚ ਕਰ ਲਓ ਤੁਹਾਨੂੰ ਸੇਲਾਂ ਲਾ ਦੇਣਗੇ ਡਿਸਕਾਊਂਟ ਲਾ ਦੇਣਗੇ ਹੈ ਨਾ। ਬਾਕੀ ਜਿਵੇਂ ਕੰਪਨੀਆਂ ਚੇਂਜ ਕਰਦੇ ਪਿੰਕ ਕੱਪੜੇ ਪਾ ਕੇ ਆ ਜਾਓ ਅੱਜ ਵਿਮਨਸ ਡੇ ਹੈ ਕਾਰਡ ਵੰਡ ਦੇਣਗੇ ਮਤਲਬ ਹਰ ਚੀਜ਼ ਨੂੰ ਇੱਕ ਉਵੇਂ ਹੀ ਵੇਚਣ ਦੀ ਤੌਰ 'ਤੇ ਇੱਕ ਔਰਤ ਨੂੰ ਵੀ ਇੱਕ ਵੇਚਣ ਦੀ ਤੌਰ 'ਤੇ ਹੀ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਉਹਨਾਂ ਦੀ ਆਜ਼ਾਦੀ ਨੂੰ ਵੀ ਆਹੀ ਕਿਹਾ ਜਾਂਦਾ ਹੈ ਵੀ ਜਿਵੇਂ ਤੁਹਾਡੀ ਤੁਸੀਂ ਛੋਟੇ ਕੱਪੜੇ ਪਾ ਲਓ ਤਾਂ ਤੁਹਾਡੀ ਆਜ਼ਾਦੀ ਹੋ ਗਈ ਉਹਨਾਂ ਦੀ ਆਜ਼ਾਦੀ ਨੂੰ ਵੀ ਉਹਨਾਂ ਦੇ ਪਹਿਰਾਵੇ ਤੱਕ ਹੀ ਸੀਮਿਤ ਕਰ ਦਿੱਤਾ। ਛੋਟੇ ਕੱਪੜੇ ਪਾਉਣ ਨੂੰ ਮਹਿਲਾ ਦੀ ਆਜ਼ਾਦੀ ਦੱਸਦੇ ਆ ਲੋਕ ਮਤਲਬ ਆਜ਼ਾਦੀ ਤਾਂ ਹੈ ਉਹਦੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਕਿਹੜੇ ਵੀ ਕੱਪੜੇ ਪਾਏ ਪਰ ਉੱਥੇ ਤੱਕ ਹੀ ਉਹਦੀ ਆਜ਼ਾਦੀ ਸੀਮਿਤ ਨਹੀਂ ਹੈਗੀ ਉਸ ਤੋਂ ਅੱਗੇ ਵੀ ਆਪਾਂ ਨੂੰ ਜਿਹੜੇ ਆਪਣੀ ਲੜਾਈਆਂ ਹੈ ਉਹਨਾਂ ਨੂੰ ਲੜਨਾ ਚਾਹੀਦਾ। ਜਿਹੜਾ ਸੱਭਿਆਚਾਰ ਆਪਣਾ ਪਹਿਰਾਵੇ ਦਾ ਸੱਭਿਆਚਾਰ ਜਾਂ ਹੋਰ ਖਾਣ ਪੀਣ ਦਾ ਜਾਂ ਹੋਰ ਸਾਰਾ ਸੱਭਿਆਚਾਰ ਉਹਨੂੰ ਵੀ ਪ੍ਰੈਜ਼ੈਂਟ ਕਰੋਗੇ? ਨਹੀਂ ਜੀ ਸੱਭਿਆਚਾਰ ਤਾਂ ਜੋ ਉਹ ਤਾਂ ਆਪਾਂ ਨਹੀਂ ਕਹਿੰਦੇ ਕਿ ਪਹਿਰਾਵੇ ਦੀ ਆਜ਼ਾਦੀ ਕੋਈ ਆਜ਼ਾਦੀ ਨਹੀਂ ਹੈਗੀ ਉਹ ਵੀ ਪੂਰੀ ਵੱਡੀ ਆਜ਼ਾਦੀ ਹੈ ਪਰ ਉਹ ਉਹਦੇ 'ਚ ਚੋਇਸ ਦੀ ਗੱਲ ਹੈ ਨਾ ਜਿਵੇਂ ਆਪਾਂ ਹਿਜਾਬ ਬਾਰੇ ਦੇਖੋ ਹੁਣ ਅਗਰ ਕੋਈ ਹਿਜਾਬ ਪਾਉਣਾ ਚਾਹੁੰਦਾ ਤਾਂ ਉਹਦੀ ਚੋਇਸ ਹੈ ਉਹ ਚੋਇਸ ਨੂੰ ਆਪਾਂ ਨਹੀਂ ਛਿਨ ਸਕਦੇ ਜੇ ਉਹ ਨਹੀਂ ਪਾਉਣਾ ਚਾਹੁੰਦਾ ਉਹ ਵੀ ਉਹਦਾ ਹੱਕ ਹੈ ਜੋ ਪਾਉਣਾ ਚਾਹੁੰਦਾ ਉਹ ਵੀ ਉਹਦਾ ਹੱਕ ਹੈ ਉਵੇਂ ਗੱਲ ਹੈ। ਪਰ ਜਿਵੇਂ ਕਹਿ ਦੇਣ ਜਿਵੇਂ ਜਿਹੜੇ ਵੱਡੇ ਦੇਸ਼ ਨੇ ਜਿੱਥੇ ਬਾਕੀ ਅਡਲਟ ਫਿਲਮਾਂ ਸਭ ਕੁਝ ਨੋਰਮਲ ਕਰਕੇ ਉਹਨਾਂ ਨੂੰ ਇੱਕ ਆਜ਼ਾਦੀ ਦੇ ਤੌਰ 'ਤੇ ਵੇਚਿਆ ਜਾਂਦਾ ਤੇ ਔਰਤਾਂ ਨੂੰ ਵੀ ਦੱਸਿਆ ਜਾਂਦਾ ਕਿ ਆਹੀ ਤੁਹਾਡੀ ਆਜ਼ਾਦੀ ਹੈ ਤਾਂ ਉਸ ਚੀਜ਼ ਨੂੰ ਆਪਾਂ ਗਲਤ ਮੰਨਦੇ ਆ। ਤੇ ਜਿਵੇਂ ਹਾਂਜੀ ਜਿਵੇਂ ਅੱਜ ਇੱਥੇ ਆਪਾਂ ਲਾਇਆ ਪੋਸਟਰ ਇੱਥੇ ਹੈਗੇ ਸਵਿਤਰੀ ਬਾਈ ਫੁੱਲੇ ਵੀ ਫਾਤਿਮਾ ਖਾਨ ਗੁਲਾਬ ਕੌਰ ਇਹ ਜਿਹੀਆਂ ਜਿਹੜੀਆਂ ਆਪਣੇ ਨਾਇਕਾ ਰਹੀਆਂ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਤੇ ਜਿਹੜੀ ਅਸਲੀ ਇਹਦੀ ਕ੍ਰਾਂਤੀਕਾਰੀ ਵਿਰਾਸਤ ਰਹੀ ਆਪਣੇ ਮਹਿਲਾ ਦਿਵਸ ਦੀ ਉਹਨੂੰ ਯਾਦ ਕਰਨਾ ਚਾਹੀਦਾ ਉਹਨੂੰ ਇੱਕ ਸ਼ਕਤੀ ਦੇ ਪ੍ਰਤੀਕ ਵਾਂਗੂ ਮਨਾਉਣਾ ਚਾਹੀਦਾ ਨਾ ਕਿ ਐਵੇਂ ਬਸ ਵੇਚ ਕੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਰੁਪਿੰਦਰ ਹੈ। ਰੁਪਿੰਦਰ ਜੀ ਜਿਹੜੇ ਅੱਜ ਪ੍ਰਦਰਸ਼ਨੀ ਲੱਗੀ ਹੈ ਤੇ ਹੋਰ ਵੀ ਪਾਸੇ ਸਰਕਾਰਾਂ ਜਾਂ ਪ੍ਰਸ਼ਾਸਨ ਵੀ ਮਹਿਲਾ ਦਿਵਸ ਮਨਾ ਰਿਹਾ ਤੇ ਤੁਹਾਡਾ ਸਟੂਡੈਂਟਸ ਦਾ ਜਿਹੜਾ ਵੱਖਰਾ ਤਰੀਕਾ ਕੀ ਹੈ ਜਿਹੜਾ ਅੱਜ ਦੀ ਮਹਿਲਾ ਦਿਵਸ ਮਨਾਉਣ ਦਾ? ਜਿਵੇਂ ਇੱਕ ਪਾਸੇ ਤੁਸੀਂ ਦੇਖਿਆ ਹੋਊਗਾ ਸਟੂਸੀ ਦੇ ਵੀ ਇੱਥੇ ਹਿਪ ਹੌਪ ਚੱਲ ਰਿਹਾ ਹੈ ਇੱਥੇ ਗਾਣੇ ਵਜਾਉਣੇ ਚੱਲ ਰਹੇ ਆ ਮਤਲਬ ਮੈਂ ਜਿੱਥੋਂ ਤੱਕ ਦੇਖਿਆ ਵੀ ਹੁਣ ਤੱਕ ਜਿਹੜਾ ਸਟੂਡੈਂਟ ਆ ਵੀ ਰਿਹਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਜਿਹੜਾ ਅਸੀਂ ਵੂਮਨਸ ਡੇ ਹੈਪੀ ਵੂਮਨਸ ਡੇ ਬੋਲਦੇ ਆ ਉਹਦੇ ਵਿੱਚ ਉਹਦਾ ਨਾਂ ਇੰਟਰਨੈਸ਼ਨਲ ਵਰਕਿੰਗ ਵੂਮਨਸ ਡੇ ਹੈ। ਮਤਲਬ ਇਹ ਸਿਸਟਮ ਨੇ ਵਰਕਿੰਗ ਵੂਮਨਸ ਡੇ ਕੱਟਤਾ ਹੈ ਨਾ ਇਹਦਾ ਇਤਿਹਾਸ ਕੀ ਹੈ ਕਿਵੇਂ ਸ਼ੁਰੂ ਹੋਇਆ ਇਹ ਕਿਉਂ ਮਨਾਇਆ ਜਾਂਦਾ ਇਹ ਪਤਾ ਹੀ ਨਹੀਂ ਹੈ ਜਾਂ ਫਿਰ ਜਿਹੜਾ ਅਸੀਂ ਨਾ ਹਿਪ ਹੌਪ ਕਰ ਰਹੇ ਹਾਂ ਵੀ ਕੀ ਅੱਜ ਔਰਤਾਂ ਦੀਆਂ ਹਾਲਤਾਂ ਇੰਨੀਆਂ ਕੁ ਜ਼ਿਆਦਾ ਵਧੀਆ ਹੋ ਗਈਆਂ ਨੇ ਵੀ ਸਾਨੂੰ ਨੱਚਣ ਟੱਪਣ ਚਾਹੀਦਾ ਵਾ। ਔਰਤ ਬੇਸ਼ੱਕ ਘਰਾਂ ਚੋਂ ਬਾਹਰ ਨਿਕਲ ਕੇ ਆਈ ਹੈ ਇਸ ਸਟੇਜ ਤੱਕ ਆਈ ਹੈ ਵੀ ਕੁੜੀਆਂ ਪੜ੍ਹ ਸਕਦੀਆਂ ਲਿਖ ਸਕਦੀਆਂ ਨੇ ਪਰ ਇਹਦਾ ਵੀ ਇੱਕ ਇਤਿਹਾਸ ਰਿਹਾ ਵੀ ਇਹਦੇ ਪਿੱਛੇ ਕੁੜੀਆਂ ਨੇ ਬਹੁਤ ਸੰਘਰਸ਼ ਕੀਤਾ ਵਾ ਔਰਤਾਂ ਨੇ ਬਹੁਤ ਸੰਘਰਸ਼ ਕੀਤਾ ਗਾ ਪਰ ਅੱਜ ਵੀ ਜਿਹੜੀ ਪੈਟਰੀਆਰਕਲ ਮਾਨਸਿਕਤਾ ਹੈਗੀ ਆ ਲੋਕਾਂ ਦੇ ਦਿਮਾਗਾਂ ਵਿੱਚ ਉਹ ਤਾਂ ਕਿਤੇ ਨਾ ਕਿਤੇ ਸਾਡੇ ਸਮਾਜ 'ਚ ਪਈ ਆ ਤੇ ਉਹਨੂੰ ਖਤਮ ਕਰਨ ਦੀ ਲੋੜ ਹਜੇ ਵੀ ਬਾਕੀ ਹੈ। ਤਾਂ ਮੈਨੂੰ ਲੱਗਦਾ ਵੀ ਅਸੀਂ ਆਪਦੇ ਇੱਕ ਤਾਂ ਇਤਿਹਾਸ ਨੂੰ ਜਾਣੀਏ ਹੈ ਨਾ ਵੀ ਇਹ ਕਿਉਂ ਸ਼ੁਰੂ ਹੋਇਆ ਤੇ ਅੱਗੇ ਨਾਰੀ ਮੁਕਤੀ ਦਾ ਆਪਾਂ ਕੀ ਰਾਹ ਦੇਖਦੇ ਹਾਂ ਹੈ ਨਾ ਵੀ ਇਹਨੂੰ ਅੱਗੇ ਹੋਰ ਇਹਦੀ ਸੋਚ ਨੂੰ ਲੈ ਕੇ ਜਾਣਾ ਵੀ ਚੰਗੀਆਂ ਕਿਤਾਬਾਂ ਰਾਹੀਂ ਹੀ ਜਾਏਗਾ ਉਹ ਸਾਡੇ ਹਿਪ ਹੌਪ ਗਾਣਿਆਂ ਨਾਲ ਨਹੀਂ ਆਉਣਾ ਉਹ ਸਾਡੇ ਚੰਗੀ ਵਿਰਾਸਤ ਨਾਲ ਆਏਗਾ। ਤਾਂ ਇਹੀ ਸਾਡਾ ਮਕਸਦ ਸੀਗਾ ਵੀ ਜਿੰਨੇ ਵੀ ਅਸੀਂ ਪੋਸਟਰ ਪ੍ਰਦਰਸ਼ਨੀ ਲਾਈ ਹੈ ਕਿਤਾਬਾਂ ਲਾਈਆਂ ਨੇ ਵੀ ਲੋਕ ਇਤਿਹਾਸ ਜਾਣਨ ਲੋਕ ਇਸ ਦਿਨ ਨੂੰ ਜਾਣਨ ਇਹ ਕਿਉਂ ਮਨਾਇਆ ਜਾਂਦਾ ਹੈ ਕੀ ਹੈ ਤੇ ਅੱਗੇ ਇਹਦਾ ਰਾਹ ਹੋਰ ਕੀ ਹੈ ਕਿ ਔਰਤਾਂ ਦੀ ਜਿਹੜੀ ਸਥਿਤੀ ਆ ਹੋਰ ਅਸੀਂ ਬਿਹਤਰ ਬਣਾ ਸਕੀਏ। ਸੋ ਦੋਸਤੋ ਇਹ ਸੀ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਜਿਹਦੇ ਵਿੱਚ ਜਿਵੇਂ ਤੁਹਾਨੂੰ ਅਸੀਂ ਦੱਸਿਆ ਔਰ ਵੱਖ-ਵੱਖ ਸਟੂਡੈਂਟਸ ਦੇ ਨਾਲ ਵੀ ਗੱਲ ਕਰਵਾਈ ਔਰ ਪੋਸਟਰਾਂ ਦੇ ਵੀ ਸਾਰੇ ਫਿਲਮਾਏ ਗਏ ਕਿਸ ਤਰ੍ਹਾਂ ਮਹਿਲਾ ਦੇ ਔਰਤ ਦੇ ਦਰਦ ਨੂੰ ਤੇ ਔਰਤ ਦੀ ਜਿਹੜੀ ਤਰਾਸਦੀ ਆ ਔਰਤ ਦੀ ਮੌਜੂਦਾ ਹਾਲਤ ਆ ਜਿਹੜੀ ਉਹ ਸਮਾਜ ਦੇ ਵਿੱਚ ਉਹਨੂੰ ਬਿਆਨ ਕਰਦੇ
ਸਾਰੇ ਇਹ ਇੱਥੇ ਜਿਹੜੇ ਪੋਸਟਰ ਲਗਾਏ ਤੁਹਾਨੂੰ ਦਿਖਾਏ ਗਏ। ਔਰ ਕਿਤਾਬਾਂ ਰਾਹੀਂ ਵਿਦਿਆਰਥੀਆਂ ਦੇ ਜਿਹੜਾ ਕਹਿਣਾ ਕਿ ਕਿਤਾਬਾਂ ਰਾਹੀਂ ਜਾਂ ਪੋਸਟਰਾਂ ਰਾਹੀਂ ਜਿਹੜਾ ਸਮਾਜ ਦੇ ਵਿੱਚ ਬਦਲਾਵ ਲਿਆਉਣ ਦਾ ਇੱਕ ਉਪਰਾਲਾ ਇਹਨਾਂ ਦਾ ਯਤਨ ਹੈਗਾ ਕਿ ਔਰਤ ਨੂੰ ਕਿਸ ਤਰ੍ਹਾਂ ਜਿਹੜਾ ਜਾਗਰੂਕ ਕੀਤਾ ਜਾ ਸਕਦਾ। ਸੋ ਇਸ ਤਰ੍ਹਾਂ ਦੀ ਅੱਜ ਜਿਹੜੀ ਪ੍ਰਦਰਸ਼ਨੀ ਅਸੀਂ ਇਹ ਸਾਨੂੰ ਦਿਖਾਉਣ ਦੇ ਵਿੱਚ ਲੈ ਕੇ ਆਏ ਹਾਂ। ਸੋ ਤੁਸੀਂ ਦੇਖਦੇ ਰਹੋ ਦਾ ਅਨਮਿਊਟ। ਕੈਮਰਾਮੈਨ ਪਰਮਿੰਦਰ ਸਿੰਘ ਦੇ ਨਾਲ ਮੈਂ ਕੁਲਦੀਪ ਸਿੰਘ, ਧੰਨਵਾਦ।